ਪੰਜਾਬ ਪੁਲਿਸ ਸਬ ਇੰਸਪੈਕਟਰ ਅਤੇ ਪੰਜਾਬ ਪੁਲਿਸ ਕਾਂਸਟੇਬਲ ਦੀ ਪ੍ਰੈਪਰੇਸ਼ਨ ਕਰ ਰਹੇ ਸਟੂਡੈਂਟਸ ਲਈ ਹੁਣ ਲਾਸਟ ਦੇ ਟਾਈਮ 'ਚ ਆਪਣੀ ਪ੍ਰੈਪਰੇਸ਼ਨ ਨੂੰ ਫਾਈਨਲ ਸ਼ੇਪ ਦੇਣਾ ਬਹੁਤ ਜ਼ਰੂਰੀ ਹੈ। ਇਸ ਲਈ ਸਾਡਾ ਇੱਕ ਸਪੈਸ਼ਲ 26 ਬੈਚ ਸਟਾਰਟ ਹੋਇਆ ਹੈ, ਜਿਸ ਬੈਚ ਦੇ ਵਿੱਚ ਤੁਹਾਨੂੰ 14 ਫੁੱਲ ਲੈਂਥ ਮੌਕ ਟੈਸਟ ਪ੍ਰੋਵਾਈਡ ਕੀਤੇ ਜਾਣਗੇ, 4 ਪੰਜਾਬੀ ਦੇ ਕੁਆਲੀਫਾਈਂਗ ਪੇਪਰ ਦੇ ਮੌਕ ਟੈਸਟ ਪ੍ਰੋਵਾਈਡ ਕੀਤੇ ਜਾਣਗੇ, ਡੇਲੀ ਪ੍ਰੈਕਟਿਸ ਦੇ ਥਰੂ 2600 ਮੋਸਟ ਇੰਪੋਰਟੈਂਟ MCQs ਕਵਰ ਕੀਤੇ ਜਾਣਗੇ ਤੇ ਹਰ ਬੁੱਧਵਾਰ ਹਰ ਸ਼ਨੀਵਾਰ ਤੇ ਇੱਕ ਹੋਰ ਦਿਨ ਵੀਕ ਦੇ ਵਿੱਚ ਤੁਹਾਡੇ ਰੈਗੂਲਰ ਡਾਊਟ ਸੈਸ਼ਨਸ ਹੋਣਗੇ, ਜਿੱਥੇ ਤੁਸੀਂ ਆਪਣੀ ਸਾਰੀ ਪ੍ਰੋਬਲਮਸ ਦਾ ਸੋਲੂਸ਼ਨ ਪਾ ਸਕਦੇ ਹੋ। ਇਹਨੂੰ ਜੁਆਇਨ ਕਰਨ ਲਈ ਅੱਜ ਹੀ ਸਕਰੀਨ ਤੇ ਦਿੱਤੇ ਹੋਏ ਨੰਬਰ ਨੂੰ ਕੰਟੈਕਟ ਕਰੋ ਜਾਂ ਸਾਡੀ ਵੈਬਸਾਈਟ ਤੇ ਵਿਜ਼ਿਟ ਕਰੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪੰਜਾਬ ਐਕਸਾਈਜ਼ ਇੰਸਪੈਕਟਰ ਦੇ ਪੇਪਰ ਦੇ ਵਿੱਚ ਜਿੰਨੇ ਵੀ ਜੀਕੇ ਦੇ ਕੁਐਸਚਨ ਪੁੱਛੇ ਗਏ ਸੀ ਉਹਨਾਂ ਨੂੰ ਡਿਸਕਸ ਕਰਾਂਗੇ, ਐਨਾਲਾਈਜ਼ ਕਰਾਂਗੇ ਤੇ ਦੇਖਦੇ ਹਾਂ ਕਿ ਉਹ ਕੁਐਸਚਨਸ ਜ਼ਿਆਦਾ ਡਿਫਿਕਲਟ ਸੀ, ਈਜ਼ੀ ਸੀ ਜਾਂ ਨਹੀਂ ਸੀ। ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ 'ਚ। ਸਭ ਤੋਂ ਪਹਿਲਾ ਕੁਐਸਚਨ ਆਪਣਾ ਇਹ ਸੈਟ B ਦੀ ਆਪਾਂ ਗੱਲ ਕਰ ਰਹੇ ਹਾਂ। ਕਰੰਟ ਅਫੇਅਰ ਦਾ ਕੁਐਸਚਨ ਸੀਗਾ, ਕਾਫੀ ਈਜ਼ੀ ਕੁਐਸਚਨ ਸੀਗਾ। ਪੁੱਛਿਆ ਗਿਆ ਸੀ ਕਿ ਇਸ ਸਾਲ ਰਣਜੀ ਟਰਾਫੀ ਕਿਹੜੀ ਸਟੇਟ ਨੇ ਜਿੱਤੀ, ਤਾਂ ਇਸ ਦਾ ਆਨਸਰ ਸੀਗਾ ਸੌਰਾਸ਼ਟਰ ਨੇ ਜਿੱਤੀ ਰਣਜੀ ਟਰਾਫੀ 2023। ਨਾਲ ਹੀ ਸੌਰਾਸ਼ਟਰ ਦੇ ਆਪਾਂ ਨੂੰ ਕੈਪਟਨ ਜੈਦੇਵ ਉਨਾਦਕੜ ਵੀ ਯਾਦ ਹੋਣੇ ਚਾਹੀਦੇ ਨੇ। ਨੈਕਸਟ ਕੁਐਸਚਨ ਸੀ ਆਪਣਾ ਵੈਨਿਊ ਆਫ ਏਸ਼ੀਅਨ ਗੇਮਸ। ਅਗੇਨ ਕਰੰਟ ਅਫੇਅਰ ਦਾ ਕੁਐਸਚਨ ਸੀ, ਫੈਕਚੁਅਲ ਕੁਐਸਚਨ ਸੀ, ਕਾਫੀ ਈਜ਼ੀ ਕੁਐਸਚਨ ਸੀ। ਜਿਹੜੇ ਇਸ ਸਾਲ ਏਸ਼ੀਅਨ ਗੇਮਸ ਹੋਣਗੀਆਂ ਤਾਂ ਇਹ ਕਿੱਥੇ ਹੋ ਰਹੀਆਂ ਨੇ? ਏਸ਼ੀਅਨ ਗੇਮਸ ਹੋਣਗੀਆਂ ਚਾਈਨਾ ਦੇ ਵਿੱਚ। ਨੈਕਸਟ ਕੁਐਸਚਨ ਅਗੇਨ ਕਰੰਟ ਅਫੇਅਰ, ਦਾਦਾ ਸਾਹਿਬ ਫਾਲਕੇ ਅਵਾਰਡ। ਦਾਦਾ ਸਾਹਿਬ ਫਾਲਕੇ ਅਵਾਰਡ ਦੇ ਵਿੱਚ ਬੈਸਟ ਐਕਟਰੈਸ ਪੁੱਛਿਆ ਗਿਆ ਸੀ, ਤਾਂ ਬੈਸਟ ਐਕਟਰੈਸ ਦਾ ਅਵਾਰਡ ਮਿਲਿਆ ਸੀ ਕਿਹਨਾਂ ਨੂੰ? ਆਲੀਆ ਭੱਟ ਨੂੰ ਮਿਲਿਆ ਸੀ। ਕਿਹੜੀ ਮੂਵੀ ਦੇ ਲਈ ਮਿਲਿਆ ਸੀ? ਗੰਗੂਬਾਈ ਕਾਠੀਆਵਾੜੀ ਦੇ ਲਈ ਮਿਲਿਆ ਸੀ। ਜੇ ਬੈਸਟ ਐਕਟਰ ਦਾ ਪੁੱਛ ਲੈਣਗੇ ਤਾਂ ਬੈਸਟ ਐਕਟਰ ਦਾ ਅਵਾਰਡ ਕਿਹਨਾਂ ਨੂੰ ਦਿੱਤਾ ਗਿਆ ਸੀ? ਰਣਬੀਰ ਕਪੂਰ ਨੂੰ ਦਿੱਤਾ ਗਿਆ ਸੀ। ਕਲੀਅਰ? ਚੱਲਦੇ ਹਾਂ ਜੀ ਨੈਕਸਟ ਕੁਐਸਚਨ ਤੇ। ਪਹਿਲੀ ਇੰਡੀਅਨ ਮੂਵੀ ਪੁੱਛੀ ਗਈ ਸੀ ਜਿਨ੍ਹਾਂ ਨੂੰ ਆਸਕਰ ਦਾ ਅਵਾਰਡ ਮਿਲਿਆ ਕਿਸ ਕੈਟੇਗਰੀ ਦੇ ਵਿੱਚ? ਫॉर ਦੀ ਬੈਸਟ ਕਾਸਟਿਊਮ ਡਿਜ਼ਾਈਨ। ਹੁਣ ਕੁਐਸਚਨ ਆਸਕਰ ਦੇ ਵਿੱਚ ਪੁੱਛਿਆ ਗਿਆ ਤਾਂ ਸਾਰਿਆਂ ਨੂੰ ਇਹ ਤਾਂ ਲੱਗਦਾ ਹੈ ਕਿ ਕਿਤੇ ਨਾ ਕਿਤੇ ਕੁਐਸਚਨ ਜਿਹੜਾ ਸੀ ਨਾਟੂ ਦੇ ਉੱਪਰ ਕੁਐਸਚਨ ਆਉਣਾ ਚਾਹੀਦਾ ਸੀ। ਜਿਹੜਾ ਕਰੰਟ ਦੇ ਵਿੱਚ ਚੱਲ ਰਿਹਾ ਸੀ ਤਾਂ ਕਿਤੇ ਨਾ ਕਿਤੇ ਦੇਖਿਆ ਗਿਆ ਕਿ ਉਹਨਾਂ ਨੇ ਨਾਟੂ ਨਾ ਪੁੱਛਦੇ ਹੋਏ ਇੰਡੀਆ ਦੇ ਹੋਰ ਆਸਕਰ ਪੁੱਛ ਲਏ ਕਿ ਬਾਕੀ ਦੱਸ ਦਿਓ ਕਿ ਇੰਡੀਆ ਨੂੰ ਪਹਿਲੀ ਵਾਰ ਆਸਕਰ ਕਾਸਟਿਊਮ ਦੇ ਵਿੱਚ ਕਿਹੜੀ ਮੂਵੀ 'ਚ ਮਿਲਿਆ ਸੀ। ਤਾਂ ਜੇ ਆਨਸਰ ਦੀ ਗੱਲ ਕਰੀਏ ਤਾਂ ਕਾਫੀ ਸਟੂਡੈਂਟਸ ਜਿਹੜੇ ਨੇ ਸਲਮ ਡੌਗ ਮਿਲੀਅਨੇਅਰ ਲਗਾ ਕੇ ਆਏ ਨੇ, ਕਿਉਂਕਿ ਉਹਨਾਂ ਨੂੰ ਲੱਗਿਆ ਹੋਣਾ ਕਿ ਸ਼ਾਇਦ ਇਹ ਇੰਡੀਆ ਨੂੰ ਕਾਫੀ ਪਪੂਲਰ ਮੂਵੀ ਹੋਈ ਸੀ ਤਾਂ ਸ਼ਾਇਦ ਇਹਨੂੰ ਮਿਲਿਆ ਹੋਵੇਗਾ। ਨਹੀਂ, ਜੇ ਆਨਸਰ ਦੀ ਗੱਲ ਕੀਤੀ ਜਾਏ ਤਾਂ ਗਾਂਧੀ ਮੂਵੀ ਜਿਹੜੀ ਸੀ ਉਸ ਨੂੰ ਮਿਲਿਆ ਸੀ ਬੈਸਟ ਕਾਸਟਿਊਮ ਦੇ ਵਿੱਚ ਆਸਕਰ ਦੇ ਵਿੱਚ ਅਵਾਰਡ। ਨੈਕਸਟ ਕੁਐਸਚਨ ਅਗੇਨ ਕਰੰਟ ਸੀਗਾ ਆਪਣਾ ਇਹ। ਨੈਕਸਟ ਸਿੱਧਾ ਹੀ ਨੋਵਲ ਪੁੱਛ ਲਿਆ। ਨੋਵਲ ਸੀਗਾ ਜੀ ਦੇਵਦਾਸ ਪਪੂਲਰ ਨੋਵਲ ਹੈ ਰਿਟਨ ਬਾय। ਆਨਸਰ ਸੀਗਾ ਇਸ ਦਾ ਆਪਣਾ ਸ਼ਰਤ ਚੰਦਰ ਚਟੋਪਾਧਿਆਏ। ਈਜ਼ੀ ਸੀਗਾ, ਕਾਫੀ ਵਾਰ ਆਪਾਂ ਇਹਨੂੰ ਰਿਵਾਈਜ਼ ਵੀ ਕਰਦੇ ਹਾਂ ਜਦੋਂ ਵੀ ਜੀਕੇ ਦਾ ਪੋਰਸ਼ਨ ਆਪਾਂ ਕੰਪਲੀਟ ਕਰਦੇ ਹਾਂ। ਨੈਕਸਟ ਅਗੇਨ ਈਜ਼ੀ ਕੁਐਸਚਨ, ਜਿੰਨੇ ਵੀ ਆਪਾਂ ਗੁਰੂ ਜੀ ਨੇ ਉਹਨਾਂ ਦੇ ਨਾਲ ਰਿਲੇਟਡ ਉਹਨਾਂ ਜੋ ਵੀ ਕੰਮ ਨੇ, ਕੋਈ ਸਿਟੀਜ਼ ਨੇ ਜਾਂ ਕੰਪੋਜੀਸ਼ਨਸ ਨੇ, ਉਹਨਾਂ ਨੂੰ ਚੰਗੀ ਤਰ੍ਹਾਂ ਯਾਦ ਕਰਨਾ ਹੁੰਦਾ ਹੈ। ਉਹਦੇ ਉੱਪਰ ਹੀ ਡਾਇਰੈਕਟਲੀ ਕੁਐਸਚਨ ਆ ਗਿਆ ਤੇ ਤੁਹਾਡੇ ਤੋਂ ਪੁੱਛਿਆ ਗਿਆ ਸੀ ਨਾਟ ਕਰੈਕਟਲੀ ਮੈਚਡ। ਇਹਨਾਂ ਵਿੱਚੋਂ ਕਿਹੜਾ ਕਰੈਕਟਲੀ ਮੈਚ ਨਹੀਂ ਹੈ? ਸੁਖਮਨੀ ਸਾਹਿਬ ਗੁਰੂ ਅਰਜਨ ਦੇਵ ਜੀ ਬਿਲਕੁਲ ਕਰੈਕਟ ਹੈ। ਗੁਰੂ ਨਾਨਕ ਦੇਵ ਜੀ ਆਸਾ ਦੀ ਵਾਰ ਕਰੈਕਟ ਹੈ। ਗੁਰੂ ਅਮਰਦਾਸ ਜੀ ਆਨੰਦ ਸਾਹਿਬ ਵੀ ਕਰੈਕਟ ਹੈ। ਪਰ ਇੱਥੇ ਦੇਖੋ ਜੀ ਗੁਰੂ ਰਾਮਦਾਸ ਜੀ ਨੇ ਕਾਲ ਉਸਤਤ ਨਹੀਂ ਲਿਖੀ ਸੀ, ਇਹ ਲਿਖਣਗੇ ਕੌਣ ਜੀ? ਇਹ ਹੈਗੇ ਕੰਪੋਜੀਸ਼ਨ ਗੁਰੂ ਗੋਬਿੰਦ ਸਿੰਘ ਜੀ ਦੀ। ਤਾਂ ਆਨਸਰ ਕੀ ਬਣੇਗਾ? ਆਪਣਾ ਆਨਸਰ ਬਣੇਗਾ ਡੀ ਆਨਸਰ। ਨੈਕਸਟ ਭਾਈ ਮਰਦਾਨਾ, ਅ ਡਿਵੋਟਿਡ ਮੁਸਲਿਮ ਫਾਲੋਅਰ ਕੰਪੈਨੀਅਨ ਆਫ ਵਿਚ ਸਿੱਖ ਗੁਰੂ। ਭਾਈ ਮਰਦਾਨਾ ਜੀ ਕਿਹੜੇ ਗੁਰੂ ਜੀ ਦੇ ਨਾਲ ਕੰਪੈਨੀਅਨ ਆਪਾਂ ਕਹਿ ਸਕਦੇ ਹਾਂ? ਉਦਾਸੀਆਂ ਤੇ ਜਾਣਗੇ ਤਾਂ ਉਦਾਸੀਆਂ ਤੋਂ ਹੀ ਆਨਸਰ ਤੁਹਾਨੂੰ ਯਾਦ ਹੋ ਜਾਏਗਾ। ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਦੋਨੋਂ ਹੀ ਕਿਹਨਾਂ ਨਾਲ ਜਾਣਗੇ? ਗੁਰੂ ਨਾਨਕ ਦੇਵ ਜੀ ਦੇ ਨਾਲ ਹੋਣਗੇ। ਠੀਕ ਹੈ ਜੀ, ਤਾਂ ਆਨਸਰ ਆਪਣਾ ਸੀਗਾ ਇੱਥੇ ਬੀ ਆਪਸ਼ਨ ਗੁਰੂ ਨਾਨਕ ਦੇਵ ਜੀ। ਨੈਕਸਟ ਸ਼ਲੋਕਸ, ਬਾਬਾ ਫਰੀਦ ਜੀ ਦੇ ਕਿੰਨੇ ਸ਼ਲੋਕ ਜਿਹੜੇ ਨੇ ਗੁਰੂ ਗ੍ਰੰਥ ਸਾਹਿਬ ਜਾਂ ਫਿਰ ਆਦਿ ਗ੍ਰੰਥ ਸਾਹਿਬ ਦੇ ਵਿੱਚ ਤੁਹਾਨੂੰ ਮਿਲ ਜਾਣਗੇ। ਤਾਂ ਇਸ ਦੇ ਜੇ ਤੁਸੀਂ ਗੂਗਲ ਦੇ ਉੱਪਰ ਜਾਂ ਆਪਾਂ ਕਿਤੇ ਵੀ ਆਨਲਾਈਨ ਸਰਚ ਕਰੀਏ ਨਾ ਤਾਂ ਇਸ ਦੇ ਅਲੱਗ ਆਨਸਰ ਮਿਲਣਗੇ। ਪਰ ਇੱਕ ਆਥੈਂਟਿਕ ਆਨਸਰ ਜਿਹੜਾ ਆਪਾਂ ਕਹੀਏ ਤਾਂ 112 ਆਥੈਂਟਿਕ ਆਨਸਰ ਹੈ, ਇਹ ਯਾਦ ਰੱਖਿਓ। 112 ਕਿਉਂਕਿ sikhworld.net ਦੇ ਉੱਪਰ ਜਾਵਾਂਗੇ ਤਾਂ 112 ਦੇਖਣ ਨੂੰ ਮਿਲਦਾ। ਤਾਂ ਇਹਦਾ ਆਨਸਰ ਬਣਿਆ ਇਹ ਬਣੇਗਾ ਆਨਸਰ। ਨੈਕਸਟ ਹੂ ਅਮੰਗ ਦੀ ਫੋਲੋਇੰਗ ਵਾਜ਼ ਨਾਟ ਐਸੋਸੀਏਟਿਡ ਵਿਦ ਗਦਰ ਪਾਰਟੀ। ਤਾਂ ਗਦਰ ਪਾਰਟੀ ਦੇ ਨਾਲ ਪੁੱਛਿਆ ਗਿਆ ਸੀ ਇਹਨਾਂ ਵਿੱਚੋਂ ਕੌਣ ਐਸੋਸੀਏਟਿਡ ਨਹੀਂ ਨੇ? ਤਾਂ ਇਸਦਾ ਆਨਸਰ ਈਜ਼ੀ ਸੀਗਾ। ਇਹਦਾ ਆਨਸਰ ਸੀਗਾ ਗਣੇਸ਼ ਸ਼੍ਰੀ ਕ੍ਰਿਸ਼ਨ ਖਰਪੜੇ। ਕਲੀਅਰ? ਸਿੱਧਾ ਹੀ ਫੈਕਚੁਅਲ ਕੁਐਸਚਨ ਪੁੱਛਿਆ ਹੋਇਆ। ਕਈ ਵਾਰ ਕੀ ਹੁੰਦਾ ਪਰ ਇਸ ਦੀ ਨਾਮ ਜਿਹੜੇ ਨੇ ਕਈ ਵਾਰ ਆਪਾਂ ਨਹੀਂ ਪੜ੍ਹੇ ਹੁੰਦੇ ਨੇ ਤਾਂ ਇਸ ਦੇ ਉੱਪਰ ਕਾਫੀ ਬੱਚਿਆਂ ਨੇ ਡਾਈਸੀ ਜਾਂ ਕੁਐਸਚਨ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਇਸ ਦੇ ਕਰਕੇ ਹੀ ਕਾਫੀ ਬੱਚੇ ਸੋਚ ਰਹੇ ਹੋਣਗੇ ਕਿ ਕਿਹੜਾ ਆਨਸਰ ਲਗਾਈਏ, ਕਿਉਂਕਿ ਸਾਰੇ ਹੀ ਨਾਮ ਜਿਹੜੇ ਨੇ ਕਿਤੇ ਨਾ ਕਿਤੇ ਨਹੀਂ ਸੁਣੇ। ਹੁਣ ਜਿਵੇਂ ਨਾਮ ਹੈ ਜੀ ਮੌਲਵੀ ਬਰਕਤੁੱਲਾ ਆਪਾਂ ਕਿੱਥੇ ਨਾਮ ਪੜ੍ਹਦੇ ਹਾਂ?
ਰਾਜਾ ਮਹਿੰਦਰ ਪ੍ਰਤਾਪ ਤੇ ਮੌਲਵੀ ਬਰਕਤੁल्ला ਇਹ ਸੇਮ ਟਾਈਮ ਗਦਰ ਪਾਰਟੀ ਦੇ ਟਾਈਮ ਹੀ ਅਫਗਾਨਿਸਤਾਨ 'ਚ ਕੀ ਬਣਾਉਣਗੇ, ਇੱਕ ਗਵਰਨਮੈਂਟ ਬਣਾਈ ਜਾਏਗੀ। ਅਫਗਾਨਿਸਤਾਨ 'ਚ ਇੱਕ ਗਵਰਨਮੈਂਟ ਬਣਾएंगे, ਗਵਰਨਮੈਂਟ ਇਨ ਐਗਜ਼ਾਈਲ। ਕਲੀਅਰ। ਤਾਰਕ ਨਾਥ ਦਾਸ ਤੇ ਵਿਸ਼ਨੂੰ ਗਣੇਸ਼ ਪਿੰਗਲੇ ਇਹ ਵੀ ਸਾਰੇ ਕਿਸ ਦੇ ਨਾਲ ਰਿਲੇਟਡ ਨੇ, ਗਦਰ ਪਾਰਟੀ ਦੇ ਨਾਲ ਹੀ ਰਿਲੇਟਡ ਸੀਗੇ। ਪਰ ਜੇ ਆਨਸਰ ਗੱਲ ਕਰੀਏ ਤਾਂ ਆਨਸਰ ਸੀਗਾ ਡੀ, ਗਣੇਸ਼ ਸ਼੍ਰੀ ਕ੍ਰਿਸ਼ਨ ਖਰਪੜੇ, ਇਹ ਇਹਦੇ ਨਾਲ ਐਸੋਸੀਏਟਿਡ ਨਹੀਂ ਸੀ। ਨੈਕਸਟ, ਦੁਆਬ ਵਰਡ ਜਿਹੜਾ ਹੈ ਕਿਹੜੀ ਲੈਂਗੁਏਜ ਤੋਂ ਲਿਆ ਗਿਆ, ਤਾਂ ਦੁਆਬ ਵਰਡ ਈਜ਼ੀ ਸੀਗਾ, ਪਰਸ਼ੀਅਨ ਲੈਂਗੁਏਜ ਤੋਂ ਲਿਆ ਗਿਆ। ਨੈਕਸਟ ਕੁਐਸਚਨ ਸੀਗਾ ਸਤਲੁਜ ਰਿਵਰ ਜਿਹੜੀ ਐਂਟਰਸ ਦੀ ਸ਼ਿਵਾਲਿਕ ਹਿਲਸ ਐਟ ਵਿਚ ਆਫ ਦੀ ਫੋਲੋਇੰਗ ਪਲੇਸ ਇਨ ਪੰਜਾਬ। ਤਾਂ ਸਤਲੁਜ ਰਿਵਰ ਜਿਹੜੀ ਹੈ ਪੰਜਾਬ ਦੇ ਵਿੱਚ ਐਂਟਰ ਕਿਹੜੀ ਜਗ੍ਹਾ ਤੋਂ ਕਰਦੀ ਹੈ, ਤਾਂ ਪੰਜਾਬ ਦੇ ਵਿੱਚ ਐਂਟਰ ਕਰਦੀ ਹੈ ਕਿੱਥੋਂ ਦੀ, ਨੰਗਲ ਤੋਂ। ਆਨਸਰ ਆਏਗਾ ਸੀ। ਨੈਕਸਟ, ਪੰਜਾਬ ਜਿਹੜਾ ਹੈ ਟੋਟਲ ਇੰਡੀਆ ਦਾ ਪੰਜਾਬ ਜਿਹੜਾ ਹੈ ਕਿੰਨਾ ਟੋਟਲ ਏਰੀਆ ਜਿਹੜਾ ਹੈ ਕਨਸਟੀਟਿਊਟ ਕਰਦਾ ਹੈ, ਤਾਂ ਇੰਡੀਆ ਦਾ ਪੰਜਾਬ ਜਿਹੜਾ ਹੈ ਸਿਰਫ 1.5% ਏਰੀਆ ਹੈ। ਪੂਰੇ ਇੰਡੀਆ ਦਾ ਸਿਰਫ 1.5% ਏਰੀਆ ਪੰਜਾਬ ਦੇ ਕੋਲ ਹੈ। ਈਜ਼ੀ ਸੀਗਾ ਕੁਐਸਚਨ, ਅਗੇਨ ਫੈਕਚੁਅਲ ਕੁਐਸਚਨ। ਨੈਕਸਟ, ਸਰਹੰਦ ਕਨਾਲ ਓਰੀਜਿਨੇਟ ਫਰੋਮ ਦੀ ਰਿਵਰ ਸਤਲੁਜ ਐਟ। ਸਰਹੰਦ ਕਨਾਲ ਜਿਹੜੀ ਹੈ ਕਿੱਥੇ ਓਰੀਜਿਨੇਟ ਹੈ ਜਾਂ ਓਰੀਜਨ ਕਿੱਥੇ ਹੈ, ਤਾਂ ਰੋਪੜ ਜਾਂ ਜਿਹਨੂੰ ਆਪਾਂ ਕੀ ਕਹਾਂਗੇ ਰੂਪਨਗਰ ਵੀ ਕਹਾਂਗੇ। ਆਨਸਰ ਈਜ਼ੀ ਸੀਗਾ, ਫੈਕਚੁਅਲ ਕੁਐਸਚਨ ਸੀਗਾ। ਸਰਹੰਦ ਕਨਾਲ ਜਿੰਨੀਆਂ ਵੀ ਰਿਵਰਸ ਨੇ ਕਿੱਥੇ ਪੰਜਾਬ 'ਚ ਐਂਟਰ ਕਰ ਰਹੀਆਂ ਨੇ, ਕਿਹੜੇ ਇਹਨਾਂ ਦੇ ਉੱਪਰ ਡੈਮ ਨੇ, ਬਹੁਤ ਜ਼ਿਆਦਾ ਇੰਪੋਰਟੈਂਟ ਹੈ ਪੰਜਾਬ ਦੇ ਪੇਪਰਾਂ ਲਈ, ਯਾਦ ਕਰਨੇ ਨੇ ਚੰਗੀ ਤਰ੍ਹਾਂ ਆਪਾਂ। ਨੈਕਸਟ ਕੁਐਸਚਨ ਪੁੱਛਿਆ ਗਿਆ ਜੀ, ਦੀ ਇਲੈਕਸ਼ਨ ਕਮਿਸ਼ਨਰ ਆਫ ਪੰਜਾਬ ਇਜ਼ ਅਪਾਇੰਟਡ ਬਾਈ। ਹੁਣ ਇਸ ਦੇ ਉੱਪਰ ਕਾਫੀ ਬੱਚਿਆਂ ਨੂੰ ਕਨਫਿਊਜ਼ਨ ਸੀ, ਤਾਂ ਯਾਦ ਰੱਖਿਓ ਇਲੈਕਸ਼ਨ ਕਮਿਸ਼ਨਰ ਆਫ ਪੰਜਾਬ ਇਜ਼ ਅਪਾਇੰਟਡ ਬਾਈ ਦੀ ਗਵਰਨਰ। ਆਨਸਰ ਆਏਗਾ ਏ। ਨੈਕਸਟ, ਪੰਜਾਬ ਦੇ ਵਿੱਚ ਕਿੰਨੀਆਂ ਸੀਟਾਂ ਰਿਜ਼ਰਵ ਨੇ ਫॉर ਔਮਨ ਇਨ ਆਲ ਪੰਚਾਇਤਸ ਐਟ ਆਲ ਲੈਵਲ। ਤਾਂ ਈਜ਼ੀ ਕੁਐਸਚਨ ਸੀਗਾ, ਜਦੋਂ ਆਪਾਂ ਪੋਲਿਟੀ ਪੜ੍ਹਦੇ ਹਾਂ ਤਾਂ ਯਾਦ ਰੱਖਦੇ ਹਾਂ 1/3 ਸੀਟਸ ਜਿਹੜੀਆਂ ਨੇ ਔਮਨ ਦੇ ਲਈ ਰਿਜ਼ਰਵ ਹੁੰਦੀਆਂ ਨੇ। ਠੀਕ ਹੈ ਜੀ। ਨੈਕਸਟ ਕੁਐਸਚਨ ਆਪਣਾ, ਇਹਨਾਂ ਵਿੱਚੋਂ ਕਿਹੜਾ ਪੇਅਰ ਰੋਂਗ ਹੈ, ਤਾਂ ਰੋਂਗ ਪੁੱਛਿਆ ਗਿਆ ਸੀ। ਤਾਂ ਰੋਂਗ ਦੇ ਵਿੱਚ ਦੇਖੋ ਜੀ ਇੱਥੇ ਹੈਗਾ ਬਲਵੰਤ ਗਰਗੀ ਜੀ ਕ੍ਰਿਟਿਕ ਨਹੀਂ ਹੈਗੇ, ਇਹ ਪਲੇ ਰਾਈਟਰ ਨੇ। ਤਾਂ ਯਾਦ ਰੱਖਿਓ ਇਹ ਪਲੇ ਰਾਈਟਰ ਨੇ, ਕ੍ਰਿਟਿਕ ਨਹੀਂ ਹੈਗੇ। ਨੈਕਸਟ ਕੁਐਸਚਨ, ਵਿਚ ਆਫ ਦੀ ਰਿਵਰਸ ਆਰ ਐਸੋਸੀਏਟਿਡ ਵਿਦ ਦੀ ਲਵ ਸਟੋਰੀ ਸੋਨੀ ਮਹੀਵਾਲ। ਸੋਨੀ ਮਹੀਵਾਲ ਜਿਹੜੀ ਆਪਾਂ ਲਵ ਸਟੋਰੀ ਪੜ੍ਹਦੇ ਹਾਂ ਉਹਦੇ ਵਿੱਚ ਕਿਹੜੀ ਨਦੀ ਦਾ ਜ਼ਿਕਰ ਹੁੰਦਾ ਹੈ, ਤਾਂ ਉਹਦੇ ਵਿੱਚ ਨਦੀ ਕੀ ਹੈ ਜੀ, ਚਨਾਬ। ਨੈਕਸਟ, ਵਿਕਟਰੀ ਡਾਂਸ ਹੈ। ਪਹਿਲੀ ਗੱਲ ਪੰਜਾਬ ਦਾ ਇੱਕ ਡਾਂਸ ਹੈ, ਠੀਕ ਹੈ ਜੀ। ਕਿਵੇਂ ਦਾ ਡਾਂਸ ਹੈ, ਵਿਕਟਰੀ ਡਾਂਸ ਹੈ। ਜਦੋਂ ਕੋਈ ਜਿੱਤ ਕੇ ਆਉਂਦਾ ਹੈ ਉਹ ਡਾਂਸ ਹੈ ਜਿਸ ਦੇ ਵਿੱਚ ਸਵਿੰਗ ਮੂਵਮੈਂਟਸ ਆਫ ਦੀ ਹੈਡ, ਤਾਂ ਸਿਰ ਨੂੰ ਕਾਫੀ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਕਿ ਸ਼ੇਕ ਕੀਤਾ ਜਾ ਰਿਹਾ। ਤੇ ਇਹਨੂੰ ਕੀ ਕਹਿੰਦੇ ਆ, ਜਦੋਂ ਕੋਈ ਜਿੱਤ ਕੇ ਆ ਰਿਹਾ ਤਾਂ ਆਪਾਂ ਕਹਿੰਦੇ ਕਿ ਇਹ ਦੇਖੋ ਜੀ ਲੁੱਡੀਆਂ ਪਾਉਂਦਾ ਆ ਰਿਹਾ, ਤਾਂ ਆਨਸਰ ਸੀਗਾ ਲੁੱਡੀ, ਸੀ। ਨੈਕਸਟ, ਮੇਰਾ ਰੂਸੀ ਸਫਰਨਾਮਾ, ਅਗੇਨ ਈਜ਼ੀ ਕੁਐਸਚਨ ਸੀਗਾ। ਮੇਰਾ ਰੂਸੀ ਸਫਰਨਾਮਾ ਲਿਟਰੇਚਰ ਦਾ ਕੁਐਸਚਨ ਬਹੁਤ ਈਜ਼ੀ ਪੁੱਛਿਆ ਗਿਆ। ਮੇਰਾ ਰੂਸੀ ਸਫਰਨਾਮਾ ਰਿਟਨ ਬਾय ਬਲਰਾਜ ਸਾਨੀ, ਰਿਪੀਟਡ ਕੁਐਸਚਨ ਹੈ ਜੀ PSSB ਦਾ ਇਹ। ਨੈਕਸਟ, ਇੱਥੇ ਆਪਾਂ ਨੂੰ ਪੁੱਛ ਲਈ ਤੇ ਗਈ ਕੁਝ ਕ੍ਰੋਨੋਲੋਜੀ। ਹੁਣ ਕ੍ਰੋਨੋਲੋਜੀ ਪੁੱਛੀ ਗਈ ਹੈ, ਜਲਿਆਂਵਾਲਾ ਬਾਗ ਇੰਸੀਡੈਂਸ 1919 ਦੇ ਵਿੱਚ, ਕਾਮਾਗਾਟਾ ਮਾਰੂ 1914 ਦੇ ਵਿੱਚ, ਗਦਰ ਮੂਵਮੈਂਟ ਉਸ ਤੋਂ ਵੀ ਪਹਿਲਾਂ ਚੱਲ ਰਹੀ ਸੀਗੀ, ਗਦਰ ਮੂਵਮੈਂਟ ਵੀ 1914 1913 ਦੇ ਵਿੱਚ, ਬੈਟਲ ਆਫ ਸਾਰਾਗੜੀ ਤਾਂ ਇਹ ਸਭ ਤੋਂ ਪਹਿਲਾਂ ਸੀਗੀ, ਇਹ ਸੀਗੀ 1897 ਦੇ ਵਿੱਚ। ਇਹਨਾਂ ਨੂੰ ਕ੍ਰੋਨੋਲੋਜੀ ਚ ਲਗਾਉਣਾ ਸੀ, ਸਭ ਤੋਂ ਪਹਿਲਾਂ ਆਏਗਾ ਆਪਣਾ 4 ਆਏਗਾ। ਸਭ ਤੋਂ ਪਹਿਲਾਂ 4 ਸਿਰਫ ਇੱਕ ਹੀ ਆਪਸ਼ਨ ਦੇ ਵਿੱਚ ਸੀਗਾ, 4 ਤੋਂ ਬਾਅਦ 3 ਫਿਰ 2 ਫਿਰ 1, ਤਾਂ ਆਨਸਰ ਆ ਗਿਆ ਆਪਣਾ ਡੀ ਆਪਸ਼ਨ। ਠੀਕ ਹੈ ਜੀ। ਨੈਕਸਟ ਕੁਐਸਚਨ, ਵਿਚ ਫੇਮਸ ਸਿੱਖ ਲੀਡਰ ਬੰਦਾ ਸਿੰਘ ਬਹਾਦਰ ਵਾਸ ਕੈਪਚਰਡ ਐਂਡ ਐਗਜ਼ੀਕਿਊਟਿਡ। ਜਦੋਂ ਪੁੱਛਿਆ ਗਿਆ ਕਿ ਬੰਦਾ ਸਿੰਘ ਬਹਾਦਰ ਜੀ ਨੂੰ ਦਿੱਲੀ ਸ਼ਹੀਦ ਕੀਤਾ ਜਾਏਗਾ ਤਾਂ ਉਦੋਂ ਮੁਗਲ ਸ਼ਾਸਕ ਕਿਹੜੇ ਸੀ, ਤਾਂ ਮੁਗਲ ਸ਼ਾਸਕ ਕੌਣ ਸੀ, ਤਾਂ ਉਦੋਂ ਮੁਗਲ ਸੀਗੇ ਫਾਰੂਕ ਸ਼ਿਆਰ। ਨਾਮ ਯਾਦ ਰੱਖਾਂਗੇ, ਜਦੋਂ ਬੰਦਾ ਸਿੰਘ ਬਹਾਦਰ ਜੀ ਨੂੰ ਕਿਹੜੀ ਬੈਟਲ ਦੇ ਵਿੱਚ, ਬੈਟਲ ਆਫ ਗੁਰਦਾਸ ਨੰਗਲ ਦੇ ਵਿੱਚ ਕੈਪਚਰ ਕਰਕੇ ਦਿੱਲੀ ਲੈ ਕੇ ਜਾਇਆ ਜਾਏਗਾ, ਜਿੱਥੇ ਉਹਨਾਂ ਨੂੰ ਸ਼ਹੀਦ ਕੀਤਾ ਜਾਏਗਾ, ਤਾਂ ਉਸ ਟਾਈਮ ਮੁਗਲ ਸ਼ਾਸਕ ਸੀਗੇ ਕੌਣ, ਫਾਰੂਕ ਸ਼ਿਆਰ। ਨੈਕਸਟ, ਆਰਟੀਕਲ 21 ਦੇ ਵਿੱਚ ਪੁੱਛਿਆ ਗਿਆ ਕਿ ਇਹਨਾਂ ਵਿੱਚੋਂ ਕਿਹੜੀ ਚੀਜ਼ ਆਰਟੀਕਲ 21 ਦੇ ਵਿੱਚ ਨਹੀਂ ਆਉਂਦੀ। ਅਗੇਨ ਈਜ਼ੀ ਕੁਐਸਚਨ ਸੀ ਪੋਲਿਟੀ ਦਾ, ਇਹਨਾਂ ਵਿੱਚੋਂ ਕਿਹੜੀ ਚੀਜ਼ ਆਰਟੀਕਲ 21 ਦੇ ਵਿੱਚ ਨਹੀਂ ਆਉਂਦੀ, ਤਾਂ ਕੈਪੀਟਲ ਪਨਿਸ਼ਮੈਂਟ ਨਹੀਂ ਆਉਂਦੀ। ਬਾਕੀ ਸਭ ਕੁਝ ਜਿਹੜਾ ਹੈਗਾ ਆਰਟੀਕਲ 21 ਦੇ ਵਿੱਚ ਇੰਕਲੂਡਡ ਹੈ। ਨੈਕਸਟ, for the time of a person who is not a member of either house can also be appointed as the minister। ਹੁਣ ਪੁੱਛ ਲਿਆ ਕਿ ਕੋਈ ਬੰਦਾ ਜਿਹੜਾ ਹੈ ਮੈਂਬਰ ਆਫ ਪਾਰਲੀਮੈਂਟ, ਜਿਵੇਂ ਆਪਾਂ ਕਹਿ ਲੈਣਾ ਕਿ ਉਹਨੂੰ ਮਿਨਿਸਟਰ ਬਣਾ ਦਿੱਤਾ ਗਿਆ, ਪਰ ਉਹ ਲੋਕ ਸਭਾ ਦਾ ਵੀ ਮੈਂਬਰ ਨਹੀਂ ਹੈਗਾ, ਰਾਜ ਸਭਾ ਦਾ ਵੀ ਮੈਂਬਰ ਨਹੀਂ ਹੈ, ਤਾਂ ਉਹਦੇ ਕੋਲ ਕਿੰਨਾ ਟਾਈਮ ਹੋਏਗਾ ਆਪਣੇ ਆਪ ਨੂੰ ਕਿਤੋਂ ਦੀ ਇਲੈਕਟ ਹੋ ਕੇ ਆਉਣ ਲਈ, ਤਾਂ ਉਹਦੇ ਕੋਲ ਟਾਈਮ ਸੀਗਾ ਕਿੰਨਾ ਜੀ, ਉਹਦੇ ਕੋਲ ਟਾਈਮ ਹੁੰਦਾ ਹੈ ਕਿਸੇ ਵੀ ਮੈਂਬਰ ਕੋਲ ਜਿਹਨੂੰ ਮਿਨਿਸਟਰ ਬਣਾ ਦਿੱਤਾ ਜਾਵੇ 6 ਮਹੀਨੇ ਦਾ ਟਾਈਮ ਹੈ, ਜਿਸ ਦੇ ਵਿੱਚ ਉਹ ਰਾਜ ਸਭਾ ਜਾਂ ਲੋਕ ਸਭਾ ਤਾਂ ਦੋਨਾਂ ਦੇ ਵਿੱਚੋਂ ਕਿਸੇ ਇੱਕ ਦਾ ਵੀ ਮੈਂਬਰ ਬਣੇਗਾ। ਕਲੀਅਰ। Next question, election commissioner advises whom on the matters relating to the disqualification of a member of state legislature। ਤਾਂ election commissioner ਕਿੰਨਾ ਦੀ advice ਲੈਣਗੇ, advises whom ਤਾਂ advice ਦੇਣਗੇ election commission ਵਾਲੇ ਗਵਰਨਰ ਨੂੰ, ਕਿੰਨਾ ਦੀ disqualification ਲਈ, for the disqualification of the member of state legislature। easy question ਸੀਗਾ, polity ਦਾ ਆਨਸਰ ਬਣੇਗਾ A। next, ਆਪਣੇ ਤੋਂ ਪੁੱਛ ਲਿਆ ਗਿਆ ਸਾਇੰਸ ਦਾ ਕੁਐਸਚਨ ਸੀ, ਪੁੱਛ ਰਹੇ ਨੇ ਇਹ ਕਿਹੜਾ ਪ੍ਰੋਸੈਸ ਹੈ
ਜਿਸ ਦੇ ਵਿੱਚ ਕੋਈ ਵੀ ਹੀਟ ਐਕਸਚੇਂਜ ਨਹੀਂ ਹੋ ਰਹੀ, ਕੋਈ ਵੀ ਐਕਸਚੇਂਜ ਨਹੀਂ ਹੋ ਰਹੀ ਹੀਟ, ਤਾਂ ਕਿਵੇਂ ਦਾ ਪ੍ਰੋਸੈਸ ਹੈ, ਇਹਨੂੰ ਆਪਾਂ ਕਹਿੰਦੇ ਆ ਐਡੀਆਬੈਟਿਕ ਪ੍ਰੋਸੈਸ। ਈਜ਼ੀ ਕੁਐਸਚਨ ਸੀਗਾ, ਬੇਸਿਕ ਸਾਇੰਸ ਦਾ ਕੁਐਸਚਨ ਸੀ ਆਪਣਾ ਇਹ, ਠੀਕ ਹੈ ਜੀ। ਐਡੀਆਬੈਟਿਕ ਪ੍ਰੋਸੈਸ ਯਾਦ ਰੱਖਾਂਗੇ, ਉਹ ਪ੍ਰੋਸੈਸ ਹੁੰਦਾ ਜਿਸ ਦੇ ਵਿੱਚ नो एक्सचेंज ऑफ हीट टेक प्लेस। नेक्स्ट क्वेश्चन, ग्रीन हाउस गैस या फिर ग्रीन हाउस इफेक्ट। ग्रीन हाउस इफेक्ट इज प्रोड्यूस्ड ड्यू द प्रेजेंस ऑफ एक्सेस अमाउंट ऑफ। ਹੁਣ ਜੇ ਤਾਂ ਇੱਥੇ ਆਪਣੇ ਆਪਸ਼ਨ ਦੇ ਵਿੱਚ ਕਿਤੇ ਕਾਰਬਨ ਡਾਈਆਕਸਾਈਡ ਹੁੰਦਾ ਤਾਂ ਉਹਨੂੰ ਆਨਸਰ ਕਰ ਦੇ, ਪਰ ਕਾਰਬਨ ਡਾਈਆਕਸਾਈਡ ਤੋਂ ਬਾਅਦ ਮੈਕਸਿਮਮ ਜਿਹੜਾ ਹੈਗਾ ਕਿਹੜੀ ਗੈਸ ਹੈ ਜਿਹਨੂੰ ਗ੍ਰੀਨ ਹਾਊਸ ਗੈਸ ਇਫੈਕਟ ਕਰਦੇ ਆ ਆਪਾਂ, ਗ੍ਰੀਨ ਹਾਊਸ ਇਫੈਕਟ ਪੈਦਾ ਕਰਦੀ ਹੈ, ਤਾਂ ਉਹਦਾ ਆਨਸਰ ਹੈਗਾ ਮੀਥੇਨ। ਤਾਂ ਯਾਦ ਰੱਖਿਓ ਸੈਕਿੰਡ ਆਨਸਰ ਡੀ ਆਨਸਰ ਆਣਾ ਸੀ ਇਸ ਦਾ ਮੀਥੇਨ। ਜੇ ਕਾਰਬਨ ਡਾਈਆਕਸਾਈਡ ਹੁੰਦੀ ਤਾਂ ਆਪਾਂ ਉਹਨੂੰ ਆਨਸਰ ਲਗਾਉਂਦੇ, ਪਰ ਉਹ ਨਹੀਂ ਸੀ, ਤਾਂ ਆਪਾਂ ਜਿਹੜੀ ਮੋਸਟ ਉਸ ਤੋਂ ਬਾਅਦ ਆਪਾਂ ਨੂੰ ਦੇਖਣ ਨੂੰ ਮਿਲੇਗੀ ਅਬੰਡੈਂਟ ਗੈਸ, ਤਾਂ ਉਹ ਹੈ ਮੀਥੇਨ। ਨੈਕਸਟ ਕੁਐਸਚਨ, ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ। ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਨੇ ਇੱਕ ਨੋਇਸ ਲੈਵਲ ਦੇ ਉੱਪਰ ਲਿਮਿਟ ਲਾਈ ਹੋਈ ਹੈ, ਕਿਹੜੀ ਜਗ੍ਹਾ ਦੇ, ਰੈਜ਼ੀਡੈਂਸ਼ੀਅਲ ਏਰੀਆ ਦੇ ਵਿੱਚ ਡੇ ਟਾਈਮ ਦੇ ਵਿੱਚ। ਤਾਂ ਉਹ ਕਿੰਨੀ ਆਪਾਂ ਕਹਿ ਸਕਦੇ ਕਿ ਕਿੰਨੀ ਨੋਇਸ ਹੋ ਸਕਦੀ ਹੈ, ਕਿੰਨੀ ਨਹੀਂ ਅਲਾਉਡ। ਤਾਂ ਯਾਦ ਰੱਖਿਓ 55 ਡੈਸੀਬਲਸ ਤੱਕ ਅਲਾਉਡ ਹੈ, ਇਸ ਤੋਂ ਉੱਪਰ ਅਲਾਉਡ ਨਹੀਂ ਹੈ। ਜੇ 55 ਡੈਸੀਬਲ ਤੋਂ ਉੱਪਰ ਹੁੰਦੀ ਹੈ ਤਾਂ ਉਸਦੇ ਕਿਤੇ ਨਾ ਕਿਤੇ ਤੁਹਾਨੂੰ ਕੌਨਸੀਕੁਐਂਸਿਸ ਦੇਖਣੇ ਪੈਣਗੇ, ਜਿਵੇਂ ਆਪਾਂ ਕਈ ਬਾਈਕਸ ਹੁੰਦੀਆਂ ਨੇ, ਕੋਈ ਕਾਰ ਹੁੰਦੀ ਹੈ ਜਿਹੜਾ ਕਾਫੀ ਜ਼ਿਆਦਾ ਸ਼ੋਰ ਕਰ ਰਹੀਆਂ ਨੇ, ਤਾਂ ਉਹ ਉਸਦੇ ਕਰਕੇ ਉਹਨਾਂ ਦੇ ਚਲਾਨ ਵੀ ਹੋ ਜਾਂਦੇ ਨੇ। ਨੈਕਸਟ, ਐਟਮੋਸਫੇਅਰ ਦੀ ਕਿਹੜੀ ਲੇਅਰ ਦੇ ਵਿੱਚ ਓਜ਼ੋਨ ਲੇਅਰ ਹੈ, ਕਿਹੜੀ ਓਜ਼ੋਨ ਲੇਅਰ ਵਿਚ ਇਜ਼ ਰਿਸਪੌਂਸਿਬਲ ਫॉर UV ਰੇਜ਼ ਨੂੰ ਵਾਪਿਸ ਰਿਫਲੈਕਟ ਬੈਕ ਕੀਤਾ ਜਾਂਦਾ ਜਿਹਨਾਂ ਵੱਲੋਂ, ਕਲੀਅਰ, ਤੇ ਐਬਜ਼ੌਰਬ ਕੀਤਾ ਜਾਂਦਾ UV ਰੇਜ਼ ਨੂੰ। ਤਾਂ ਓਜ਼ੋਨ ਲੇਅਰ ਆਪਾਂ ਨੂੰ ਕਿਹੜੀ ਸਫੇਅਰ ਚ ਮਿਲੇਗੀ, ਤਾਂ ਉਹ ਮਿਲਦੀ ਹੈ ਜੀ ਸਟ੍ਰੈਟੋਸਫੇਅਰ ਚ, ਕਲੀਅਰ। ਈਜ਼ੀ ਕੁਐਸਚਨ ਸੀਗਾ ਜਿਓਗ੍ਰਾਫੀ ਦਾ। ਨੈਕਸਟ ਕੁਐਸਚਨ, ਦੀ ਹਾਈਐਸਟ ਕੰਟਰੀਬਿਊਟਰ ਆਫ ਗ੍ਰੀਨ ਹਾਊਸ ਗੈਸ ਐਮਿਸ਼ਨ ਤਾਂ ਪੁੱਛੀ ਗਈ ਹੈ, ਪਰ ਨਾਲ ਯਾਦ ਰੱਖਿਓ ਪਰ ਕੈਪੀਟਾ ਗ੍ਰੀਨ ਹਾਊਸ ਗੈਸ ਐਮਿਸ਼ਨ ਇਹਨਾਂ ਵਿੱਚੋਂ ਕਿਹੜੀ ਕੰਟਰੀਜ਼ ਦੀ ਹਾਈਐਸਟ ਹੈ। ਤਾਂ ਯਾਦ ਰੱਖਿਓ ਸਭ ਤੋਂ ਪਹਿਲਾਂ ਆਉਂਦਾ US ਤੋਂ ਬਾਅਦ ਦੂਜੇ ਨੰਬਰ ਤੇ ਆਉਂਦਾ ਰਸ਼ੀਆ, ਤਾਂ ਆਨਸਰ ਇਸ ਦਾ ਸੀਗਾ USA, ਆਨਸਰ ਬਣੇਗਾ B। ਨੈਕਸਟ, ਨੋਬਲ ਪ੍ਰਾਈਜ਼ 2022 ਦੇ ਜਿਹੜੇ ਨੋਬਲ ਪ੍ਰਾਈਜ਼ ਨੇ ਸਾਰੇ ਹੀ ਯਾਦ ਕਰਨੇ ਨੇ ਪੰਜਾਬ ਦੇ ਪੇਪਰ ਲਈ। ਫਿਜ਼ਿਕਸ ਦਾ ਕਿਹਨੂੰ ਦਿੱਤਾ ਗਿਆ, ਕੈਮਿਸਟਰੀ ਦਾ, ਇਕਨੋਮਿਕਸ ਦਾ, ਲਿਟਰੇਚਰ ਦਾ ਕਿਹਨਾਂ ਨੂੰ ਮਿਲਿਆ, ਨੋਬਲ ਪ੍ਰਾਈਜ਼ ਫॉर ਪੀਸ ਕਿਹਨਾਂ ਨੂੰ ਦਿੱਤਾ, ਕਲੀਅਰ। ਤਾਂ ਹੁਣ ਸਿੰਪਲ ਨਾਮ ਵੀ ਯਾਦ ਕਰਨੇ ਨੇ, ਪਲੱਸ ਇਹ ਵੀ ਯਾਦ ਕਰਨਾ ਕਿ ਉਹ ਉਹਨਾਂ ਨੂੰ ਕਿਸ ਵਜ੍ਹਾ ਤੋਂ ਦਿੱਤਾ ਗਿਆ। ਤਾਂ ਉਹਨਾਂ ਨੇ ਵਜ੍ਹਾ ਹੀ ਪੁੱਛੀ ਗਈ ਸੀ ਕਿ ਨੋਬਲ ਪ੍ਰਾਈਜ਼ ਜਿਹੜਾ ਫਿਜ਼ਿਕਸ ਦਾ 2022 ਦਾ ਦਿੱਤਾ ਗਿਆ, ਉਹਨਾਂ ਨੂੰ 3 ਸਾਇੰਟਿਸਟ ਨੂੰ ਕਿਸ ਚੀਜ਼ ਲਈ, ਕਿਹੜਾ ਵਰਕ ਕਰ ਰਹੇ ਸੀ ਉਹ। ਤਾਂ ਯਾਦ ਰੱਖਿਓ ਉਹਨਾਂ ਨੇ ਕੁਆਂਟਮ ਮਕੈਨਿਕਸ ਦੇ ਵਿੱਚ ਕੰਟਰੀਬਿਊਸ਼ਨ ਦੇ ਲਈ ਮਿਲੇਗਾ, ਕਲੀਅਰ। ਚਲੋ ਜੀ, ਨੈਕਸਟ ਕੁਐਸਚਨ, G20 ਦੀ ਥੀਮ ਐਜ਼ ਇਟ ਇਜ਼, ਅਗੇਨ ਕਰੰਟ ਅਫੇਅਰ ਦਾ ਕੁਐਸਚਨ, ਸਿੱਧਾ ਹੀ ਫੈਕਚੁਅਲ ਹੀ ਕੁਐਸਚਨ ਪੁੱਛਿਆ ਗਿਆ। ਤਾਂ G20 ਸਮਿਟ ਦੀ ਥੀਮ ਪੁੱਛੀ ਗਈ ਸੀ, ਤਾਂ ਥੀਮ ਹੈ ਵਨ ਅਰਥ ਵਨ ਫੈਮਿਲੀ ਵਨ ਫਿਊਚਰ। ਈਜ਼ੀ ਕੁਐਸਚਨ ਸੀਗਾ ਜਦੋਂ ਵੀ ਆਪਾਂ G20 ਪੜ੍ਹਦੇ ਹਾਂ, ਕਿਉਂਕਿ ਇਸ ਵਾਰ G20 ਜਿਹੜਾ ਕਿੱਥੇ ਹੋ ਰਿਹਾ, ਇੰਡੀਆ ਦੇ ਵਿੱਚ ਹੋ ਰਿਹਾ, ਤਾਂ ਸਾਨੂੰ ਥੀਮ ਕਿਹੜੀ ਜਗ੍ਹਾ ਤੇ ਉਹਨਾਂ ਦੀ ਮੀਟਿੰਗਸ ਹੋ ਰਹੀਆਂ ਸਭ ਪਤਾ ਹੋਣੀਆਂ ਚਾਹੀਦੀਆਂ ਨੇ। ਨੈਕਸਟ, ਇਹਨਾਂ ਵਿੱਚੋਂ ਕਿਹੜਾ ਐਸਿਡ ਗਲਤ ਆਪਾਂ ਕਹਿ ਸਕਦੇ ਕਿ ਪੇਅਰ ਹੈ, ਠੀਕ ਹੈ ਜੀ, ਇਨਕਰੈਕਟ ਐਸਿਡ ਪੇਅਰ ਪੁੱਛਿਆ। ਤਾਂ ਦੇਖੋ ਜੀ, ਸਿਟਰਿਕ ਐਸਿਡ ਲੈਮਨ ਦੇ ਵਿੱਚ ਹੈ ਬਿਲਕੁਲ, ਜਿਹੜਾ ਦੁੱਧ ਆਪਾਂ ਕਹਿੰਦੇ ਕਿ ਖੱਟਾ ਹੋ ਗਿਆ ਉਹਦੇ ਵਿੱਚ ਕੀ ਦੇਖਣ ਨੂੰ ਮਿਲਦਾ, ਲੈਕਟਿਕ ਐਸਿਡ, ਕਲੀਅਰ। ਨੈਕਸਟ, ਆਕਜ਼ੈਲਿਕ ਐਸਿਡ ਇਨ ਆਇੰਟ ਸਟਿੰਗ, ਜਦੋਂ ਕੀੜੀ ਘਟ ਜਾਂਦੀ ਹੈ ਤਾਂ ਆਕਜ਼ੈਲਿਕ ਐਸਿਡ ਨਹੀਂ ਹੁੰਦਾ ਜੀ, ਯਾਦ ਰੱਖਿਓ ਉਦੋਂ ਕਿਹੜਾ ਹੁੰਦਾ ਹੈ, ਉਦੋਂ ਹੁੰਦਾ ਹੈ ਫਾਰਮਿਕ ਐਸਿਡ। ਨਾਮ ਯਾਦ ਰੱਖਿਓ ਫਾਰਮਿਕ ਐਸਿਡ, ਜਦੋਂ ਕੋਈ ਵੀ ਆਪਾਂ ਨੂੰ ਆਂਟ ਜਿਹੜੀ ਹੈ ਜਾਂ ਕੀੜੀ ਜਿਹਨੂੰ ਆਪਾਂ ਕਹਿੰਦਾ ਘਟ ਗਈ ਤਾਂ ਫਾਰਮਿਕ ਐਸਿਡ ਆਉਂਦਾ, ਆਕਜ਼ੈਲਿਕ ਐਸਿਡ ਨਹੀਂ ਆਉਂਦਾ। ਨਿਟਲ ਸਟਿੰਗ ਬਿਲਕੁਲ ਕਰੈਕਟ ਹੈ ਜੀ, ਮਿਥਨੋਇਕ ਐਸਿਡ, ਆਨਸਰ ਇਸ ਦਾ ਬਣਦਾ C। ਨੈਕਸਟ ਕੁਐਸਚਨ, ਇਹਨਾਂ ਵਿੱਚੋਂ ਕਿਹੜਾ ਇੱਕ ਫਲਾਵਰ ਦਾ ਪਾਰਟ ਨਹੀਂ ਹੈ। ਤਾਂ ਫਲਾਵਰ ਦੇ ਵਿੱਚ ਪੈਟਲਸ ਹੁੰਦੇ ਨੇ, ਬਿਲਕੁਲ ਹੁੰਦੇ ਨੇ, ਸੈਪਲਸ ਵੀ ਹੁੰਦੇ ਨੇ, ਪਿਸਟਲ ਵੀ ਹੁੰਦਾ, ਪਰ ਪੈਰੀਕਾਰਪ ਨਹੀਂ ਹੁੰਦਾ। ਤਾਂ ਆਨਸਰ ਸੀਗਾ ਇਸ ਦਾ D ਆਨਸਰ, ਪੈਰੀਕਾਰਪ। ਨੈਕਸਟ, ਮੇਲ ਮਾਰਕੀਟ ਸਟਰਕਚਰ ਡੋਮੀਨੇਟਿਡ ਓਨਲੀ ਬਾਈ ਫਿਊ ਫਰਮਸ। ਹੁਣ ਧਿਆਨ ਰੱਖਿਓ ਜੀ, ਇਸ ਦੇ ਉੱਪਰ ਕਾਫੀ ਜ਼ਿਆਦਾ ਬੱਚੇ ਜਿਹੜੇ ਨੇ ਗਲਤ ਕਰਕੇ ਆਏ ਨੇ। ਮਾਰਕੀਟ ਦੇ ਵਿੱਚ ਕੁਝ ਹੀ ਫਰਮਸ ਨੇ, ਮਤਲਬ ਕਿ ਕੁਝ ਹੀ ਸੈਲਰ ਨੇ ਜਿਨ੍ਹਾਂ ਨੇ ਮੋਨੋਪੋਲੀ ਬਣਾ ਰੱਖੀ ਹੈ। ਇਹ ਕਿਸ ਦੀ ਡੈਫੀਨੇਸ਼ਨ ਹੈ, ਇਹ ਹੋਰ ਕਿਸੇ ਦੀ ਨਹੀਂ, ਇਹ ਡੈਫੀਨੇਸ਼ਨ ਹੈ ਓਲੀਗੋਪੋਲੀ ਦੀ, ਕਲੀਅਰ। ਤਾਂ ਨਾਮ ਯਾਦ ਰੱਖਿਓ, ਓਲੀਗੋਪੋਲੀ ਦੀ ਡੈਫੀਨੇਸ਼ਨ ਕੀ ਹੈ ਕਿ ਜਦੋਂ ਮਾਰਕੀਟ ਦੇ ਵਿੱਚ ਕੁਝ ਹੀ ਫਰਮਸ ਨੇ ਜਿਨ੍ਹਾਂ ਨੇ ਆਪਣੀ ਡੋਮੀਨੇਸ਼ਨ ਬਣਾ ਰੱਖੀ ਹੈ। ਕਿਉਂਕਿ ਕੁਝ ਬੱਚੇ ਬੋਲਣਗੇ ਕਿ ਸਰ ਇਹ ਤਾਂ ਮੋਨੋਪੋਲੀ ਹੈ, ਮੋਨੋਪੋਲੀ ਇੱਕ ਜਾਣੇ ਦੀ ਹੁੰਦੀ ਹੈ, ਕਲੀਅਰ। ਜਦੋਂ ਕੁਝ ਫਰਮਸ ਨੇ ਜਿਹੜੇ ਲਿਮਿਟਿਡ ਫਰਮਸ ਨੇ ਉਹਨਾਂ ਨੇ ਆਪਣੀ ਮੋਨੋਪੋਲੀ ਕ੍ਰੀਏਟ ਕੀਤੀ ਹੋਈ ਹੈ, ਵੱਡੀ ਫਰਮਸ ਨੇ, ਤਾਂ ਉਹਨੂੰ ਕੀ ਕਿਹਾ ਜਾਂਦਾ ਹੈ। ਤਾਂ ਨਾਮ ਯਾਦ ਰੱਖਿਓ, ਆਨਸਰ ਬਣੇਗਾ C। ਨੈਕਸਟ, ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਐਜ਼ ਇਟ ਇਜ਼ ਪੋਲਿਟੀ ਦਾ ਸਿੰਪਲ ਕੁਐਸਚਨ ਸੀਗਾ। ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਤੁਹਾਡੇ ਤੋਂ ਆਰਟੀਕਲ ਪੁੱਛ ਲਿਆ, ਤਾਂ ਆਰਟੀਕਲ ਕਿੰਨਾ ਹੈ ਜੀ, ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ 112 ਨੰਬਰ ਆਰਟੀਕਲ ਦੇ ਵਿੱਚ ਤੁਹਾਨੂੰ ਮਿਲ ਜਾਏਗਾ। ਨੈਕਸਟ, ਜਦੋਂ ਮਾਰਕੀਟ ਦੇ ਵਿੱਚ ਕਾਫੀ ਜ਼ਿਆਦਾ ਮਨੀ ਹੋਵੇ, ਜਦੋਂ ਮਾਰਕੀਟ ਦੇ ਵਿੱਚ ਕਾਫੀ ਜ਼ਿਆਦਾ ਪੈਸੇ ਹੋਣ, ਉਹ ਪੈਸਿਆਂ ਨਾਲ ਹੁੰਦਾ ਕੀ ਹੈ, ਤਾਂ ਉਸ ਦੇ ਨਾਲ ਈਜ਼ੀ ਕੁਐਸਚਨ ਸੀਗਾ, ਜਦੋਂ ਮਾਰਕੀਟ 'ਚ ਮਨੀ ਫਲੋ ਜ਼ਿਆਦਾ ਹੋਏ ਤਾਂ ਇਨਫਲੇਸ਼ਨ ਦੇਖਣ ਨੂੰ ਮਿਲਦੀ ਹੈ, ਕਲੀਅਰ। ਜਦੋਂ ਮਾਰਕੀਟ ਦੇ ਵਿੱਚ ਪੈਸਾ ਜ਼ਿਆਦਾ ਹੋਏ ਤਾਂ ਇਨਫਲੇਸ਼ਨ ਦੇਖਣ ਨੂੰ ਮਿਲਦੀ ਹੈ, ਜਦੋਂ ਮਾਰਕੀਟ 'ਚ ਬਿਲਕੁਲ ਪੈਸਾ ਨਾ ਹੋਵੇ ਤਾਂ ਆਨਸਰ ਬਣਦਾ ਡਿਫਲੇਸ਼ਨ। ਪਰ ਇਹਨਾਂ ਨੇ ਪੁੱਛਿਆ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਪੈਸਾ ਹੈ ਜਿਹੜਾ ਬਹੁਤ ਘੱਟ ਗੂਡਸ ਨੂੰ ਕੀ ਕਰ ਰਿਹਾ ਹੈ,
ਕੈਸ਼ ਕਰ ਰਿਹਾ ਤਾਂ ਉਹਦਾ ਕੀ ਕਹਿੰਦੇ ਨੂੰ ਆਪਾਂ ਇਹਨੂੰ ਕਹਿੰਦੇ ਆ ਇਨਫਲੇਸ਼ਨ, ਮਹਿੰਗਾਈ ਹੋ ਰਹੀ ਹੈ ਜਦੋਂ ਸਾਰਿਆਂ ਦੇ ਕੋਲ ਹੀ ਪੈਸਾ ਹੈ ਤੇ ਚੀਜ਼ਾਂ ਜਿਹੜੀਆਂ ਨੇ ਸੀਮਿਤ ਨੇ। ਨੈਕਸਟ ਲਾਲਾ ਲਾਜਪਤ ਰਾਏ ਪੁੱਛਿਆ ਗਿਆ ਜੀ, ਲਾਲਾ ਲਾਜਪਤ ਰਾਏ ਨੂੰ ਡਿਪੋਰਟ ਕੀਤਾ ਗਿਆ ਸੀ ਮੰਡਲੇ ਜੇਲ੍ਹ ਫॉर ਆਰਗੇਨਾਈਜ਼ਿੰਗ ਅ ਐਗਰੇਰੀਅਨ ਮੂਵਮੈਂਟ, ਤਾਂ ਕਿਹੜੇ ਸਾਲ ਦੇ ਵਿੱਚ ਕੀਤਾ ਗਿਆ ਸੀ? ਕਿਵੇਂ ਯਾਦ ਕਰੀਏ ਤਾਂ ਜਿੰਨੇ ਵੀ ਐਕਸਟ੍ਰੀਮਿਸਟ ਸੀਗੇ ਇਹ ਕਦੋਂ ਐਕਟਿਵ ਹੋਏ ਨੇ? ਤਾਂ ਐਕਟਿਵ ਹੋਏਗੇ ਆਪਾਂ ਜੇ ਕਹੀਏ ਸਵਦੇਸ਼ੀ ਮੂਵਮੈਂਟ ਦੇ ਟਾਈਮ ਤੇ 1905, ਸੂਰਤ ਸਪਲਿਟ 1907, ਜਦੋਂ ਸੂਰਤ ਸਪਲਿਟ ਹੋਈ ਉਸ ਤੋਂ ਬਾਅਦ ਹੀ ਜਿੰਨੇ ਵੀ ਐਕਸਟ੍ਰੀਮਿਸਟ ਨੇ ਇਹਨਾਂ ਦੇ ਉੱਪਰ ਕੇਸਿਸ ਦੇਖਣ ਨੂੰ ਮਿਲ ਜਾਣਗੇ। ਉਹਨਾਂ ਦੇ ਵਿੱਚੋਂ ਲਾਲਾ ਲਾਜਪਤ ਰਾਏ ਵੀ ਇੱਕ ਐਕਸਟ੍ਰੀਮਿਸਟ ਸੀਗੇ, ਤਾਂ 1907 ਵਿੱਚ ਹੀ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਏਗਾ। ਕਲੀਅਰ? ਤਾਂ ਆਨਸਰ ਯਾਦ ਰੱਖਿਓ ਬੀ ਆਪਸ਼ਨ 1907। ਨੈਕਸਟ ਆਬਜੈਕਟਿਵ ਆਫ ਕੂਕਾ ਮੂਵਮੈਂਟ, ਈਜ਼ੀ ਕੁਐਸਚਨ ਸੀਗਾ ਜੀ। ਜੇ ਆਪਾਂ ਗੱਲ ਕਰੀਏ ਪੰਜਾਬ ਜੀਕੇ ਦੇ ਕੂਕਾ ਮੂਵਮੈਂਟ ਦੇ, ਇਵੇਂ ਦੀ ਮੂਵਮੈਂਟ ਹੈ ਜਿਸ ਦੇ ਦੋ ਆਬਜੈਕਟਿਵ ਨੇ, ਹਮੇਸ਼ਾ ਹੀ ਯਾਦ ਰੱਖੀਦੇ ਨੇ। ਪਹਿਲਾ ਆਬਜੈਕਟਿਵ ਸੀਗਾ ਟੂ ਪਿਊਰੀਫਾਈ ਦੀ ਸਿੱਖ ਰਿਲੀਜਨ, ਸੈਕੰਡ ਰਿਵਾਈਵਲ ਆਫ ਸਿੱਖ ਸੋਵਰੇਨਿਟੀ। ਤਾਂ ਆਨਸਰ ਕੀ ਬਣਦਾ? ਆਨਸਰ ਬਣਦਾ ਬੋਥ ਏ ਐਂਡ ਬੀ, ਤਾਂ ਆਨਸਰ ਸੀਗਾ ਇਹਦਾ ਡੀ। ਕਲੀਅਰ? ਈਜ਼ੀ ਕੁਐਸਚਨ ਸੀਗਾ ਕੂਕਾ ਮੂਵਮੈਂਟ। ਇਹਨਾਂ ਦੇ ਫਾਊਂਡਰ ਪੁੱਛ ਸਕਦੇ ਨੇ, ਨਾਮਧਾਰੀ ਮੂਵਮੈਂਟ, ਕੂਕਾ ਮੂਵਮੈਂਟ, ਸਿੱਖ ਗੁਰਦੁਆਰਾ ਮੂਵਮੈਂਟ, ਇਹਨਾਂ ਸਭ ਦੇ ਫਾਊਂਡਰਸ ਪੁੱਛ ਸਕਦੇ ਨੇ। ਚੰਗੀ ਤਰ੍ਹਾਂ ਆਪਾਂ ਯਾਦ ਕਰਨਾ ਹੈ ਪੰਜਾਬ ਦੇ ਪੇਪਰਾਂ ਦੇ ਲਈ। ਨੈਕਸਟ ਕਿਹੜੇ ਐਕਟ ਨੂੰ ਬੋਲਿਆ ਜਾਂਦਾ ਬਿਗਨਿੰਗ ਆਫ ਦੀ ਪਾਰਲੀਮੈਂਟਰੀ ਸਿਸਟਮ ਇਨ ਦੀ ਇੰਡੀਆ? ਪਾਰਲੀਮੈਂਟਰੀ ਸਿਸਟਮ ਆਫ ਇੰਡੀਆ ਮਤਲਬ ਕਿ ਇਲੈਕਸ਼ਨਸ ਦੀ ਗੱਲ ਕੀਤੀ ਜਾ ਰਹੀ ਹੈ। ਹੁਣ ਇੱਥੇ ਬਾਈ ਕੈਮਰਲ ਲੈਜਿਸਲੇਚਰ ਨਹੀਂ ਪੁੱਛਿਆ ਗਿਆ, ਪਾਰਲੀਮੈਂਟਰੀ ਸਿਸਟਮ ਪੁੱਛਿਆ ਗਿਆ, ਤਾਂ ਇਸ ਦਾ ਆਨਸਰ ਸੀਗਾ ਆਪਣਾ 1892 ਦਾ ਕਾਉਂਸਿਲ ਆਫ ਇੰਡੀਆ ਐਕਟ। ਇਨਡਾਇਰੈਕਟ ਇਲੈਕਸ਼ਨ ਹੋਣਗੇ ਪਰ ਇਲੈਕਸ਼ਨ ਤਾਂ ਹੋ ਰਹੇ ਨੇ, ਇਸ ਨੂੰ ਆਪਾਂ ਕਹਿੰਦੇ ਆ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਸ਼ੁਰੂ ਹੋ ਰਹੀ ਹੈ ਕਿ ਜਿੱਥੇ ਲੋਕ ਚੁਣ ਰਹੇ ਨੇ, ਚਾਹੇ ਇਨਡਾਇਰੈਕਟਲੀ ਚੁਣ ਰਹੇ ਨੇ। ਆਨਸਰ ਸੀਗਾ ਆਪਣਾ ਏ। ਨੈਕਸਟ ਰਿਵੋਲਟ ਆਫ 1857 ਦੇ ਵਿੱਚ ਪਹਿਲੇ ਸ਼ਹੀਦ, ਈਜ਼ੀ ਕੁਐਸਚਨ ਸਭ ਤੋਂ ਜ਼ਿਆਦਾ ਜਦੋਂ ਵੀ ਆਪਾਂ ਰਿਵੋਲਟ ਆਫ 1867 ਪੜ੍ਹਦੇ ਹਾਂ, ਮੰਗਲ ਪਾਂਡੇ। ਯਾਦ ਰੱਖਿਓ ਜੀ ਨਾਮ, ਮੰਗਲ ਪਾਂਡੇ ਪਹਿਲੇ ਸ਼ਹੀਦ ਮੰਨੇ ਜਾਂਦੇ ਨੇ ਰਿਵੋਲਟ ਆਫ 1857 ਦੇ। ਨੈਕਸਟ ਬਾਰਦੋਲੀ ਸੱਤਿਆਗ੍ਰਹਿ, ਬਾਰਦੋਲੀ ਸੱਤਿਆਗ੍ਰਹਿ ਜਿਹੜਾ ਕਿਹਨਾਂ ਨੇ ਲੀਡ ਕੀਤਾ ਸੀ? ਤਾਂ ਬਾਰਦੋਲੀ ਸੱਤਿਆਗ੍ਰਹਿ ਹੀ ਲੀਡ ਕਰਨਗੇ ਸਰਦਾਰ ਵੱਲਭ ਭਾਈ ਪਟੇਲ। ਤੇ ਬਾਰਦੋਲੀ ਸੱਤਿਆਗ੍ਰਹਿ ਦੇ ਵਿੱਚ ਹੀ ਵੱਲਭ ਭਾਈ ਪਟੇਲ ਜੀ ਨੂੰ ਕੀ ਮਿਲੇਗਾ? ਇਹਨਾਂ ਨੂੰ ਹੀ ਮਿਲੇਗਾ ਟਾਈਟਲ। ਬਾਰਦੋਲੀ ਦੀ ਜਿਹੜੀਆਂ ਵਿਮਨਸ ਨੇ ਉਹ ਦੇਣਗੀਆਂ, ਇਹਨਾਂ ਨੂੰ ਕਿਹਾ ਜਾਏਗਾ ਸਰਦਾਰ। ਜਦੋਂ ਆਪਾਂ ਫਿਰ ਇਹਨਾਂ ਨੂੰ ਅੱਗੇ ਕਰਕੇ ਆਵਾਂਗੇ ਹੁਣ ਸਰਦਾਰ ਵੱਲਭ ਭਾਈ ਪਟੇਲ। ਕਲੀਅਰ? ਈਜ਼ੀ ਕੁਐਸਚਨ ਸੀਗਾ ਇਹ। ਤਾਂ ਇਹ ਸੀਗਾ ਜੀ ਕੁਝ ਆਪਣੇ ਐਕਸਾਈਜ਼ ਦੇ ਜੀਕੇ ਦੇ ਕੁਐਸਚਨਸ। ਤਾਂ ਕੁੱਲ ਮਿਲਾ ਕੇ ਜੇ ਦੇਖਿਆ ਜਾਏ ਤਾਂ ਬਹੁਤ ਜ਼ਿਆਦਾ ਫੈਕਚੁਅਲ ਵੀ ਪੁੱਛੇ ਗਏ ਨੇ। ਮਿਨੀਮਮ ਆਪਾਂ ਜੇ ਗੱਲ ਕਰੀਏ ਤਾਂ ਮੋਡਰੇਟ ਲੈਵਲ ਦੇ ਸੀਗੇ ਪੇਪਰ, ਇਹ ਜ਼ਿਆਦਾ ਡਿਫਿਕਲਟ ਵੀ ਨਹੀਂ ਸੀ। ਤਾਂ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ, ਤਦ ਤੱਕ ਲਈ ਥੈਂਕ ਯੂ ਵੈਰੀ ਮਚ।